ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰਬਾਣੀ ਦੇ ਅੰਦਰ ਇੱਕ ਬੜਾ ਹੀ ਗਹਿਰ ਗੰਭੀਰ ਸ਼ਬਦ ਅੱਖਰ ਉਹ ਕੀ ਹੈ? ਉਹ ਹੈ ਸੱਚ। ਹੁਣ ਸੱਚ ਦਾ ਭਾਵ ਗੁਰਬਾਣੀ ਦੇ ਅੰਦਰ ਜੋ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ, ਸੱਚ ਦਾ ਮਤਲਬ ਹੈ ਸਦੀਵੀ। ਸੱਚ ਦਾ ਮਤਲਬ ਹੈ ਜਿਹਦੇ ਵਿੱਚ ਪਰਿਵਰਤਨ ਨਾ ਹੋਵੇ। ਸੱਚ ਦਾ ਮਤਲਬ ਹੈ ਕਿ ਉਹ ਹੋਂਦ ਜਿਸ ਹੋਂਦ ਤੋਂ ਕੋਈ ਵੀ ਬੰਦਾ ਮੁੱਕਰ ਨਹੀਂ ਸਕਦਾ, ਇਨਕਾਰ ਨਹੀਂ ਕਰ ਸਕਦਾ। ਸੋ ਇਸੇ ਕਰਕੇ ਇਹ ਕੀ ਹੈ? ਇਸ ਨੂੰ ਪਰਮਾਤਮਾ ਆਖਦੇ ਆ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਦੱਸਿਆ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਸੱਚ ਤੋਂ ਅਸਲ ਮੁਰਾਦ ਪਰਮਾਤਮਾ ਹੈ। ਹੁਣ ਅਗਰ ਪਰਮਾਤਮਾ ਹੈ ਤਾਂ ਪਰਮਾਤਮਾ ਦੇ ਮਿਲਣ ਦਾ ਜਿਹੜਾ ਧਰਮ ਹੈ, ਜੋ ਕਾਨੂੰਨ ਹੈ, ਉਹ ਵੀ ਸੱਚ ਹੈ। ਸੋ ਸੱਚ ਦਾ ਅਰਥ ਹੈਗਾ ਧਰਮ। ਤੇ ਜਿਸ ਧਰਮ ਦੇ ਉੱਤੇ ਚੱਲਣ ਵਾਲੇ ਪੁਰਖ ਹੈ, ਜਿਨ੍ਹਾਂ ਨੂੰ ਅਸੀਂ ਧਰਮੀ ਪੁਰਖ ਆਖਦੇ ਹਾਂ, ਉਹਦੇ ਭਾਵ ਦੇ ਵਿੱਚ ਵੀ ਸੱਚ ਹੈ। ਭਾਵ ਕੀ ਆ ਕਿ ਜਿਹੜੇ ਸੱਚੇ ਮਨੁੱਖ ਆ ਨਾ, ਉਹ ਹੀ ਧਰਮ ਤੇ ਚੱਲ ਸਕਦੇ ਆ ਤੇ ਉਹਨਾਂ ਦੇ ਕਰਮ ਵੀ ਜਿਹੜੇ ਹਨ ਸੱਚ ਹੁੰਦੇ ਆ। ਸੋ ਇਸ ਕਰਕੇ ਗੁਰਬਾਣੀ ਨੇ ਆਖਿਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਿ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਆ ਉਹ ਵੀ ਸੱਚਿਆਰੇ ਆ ਤੇ ਉਹਨਾਂ ਦੀ ਉਸਤਤ ਨਾਲ ਲੋਕਾਂ ਦੇ ਅੰਦਰ ਹੁੰਦੀ ਆ। ਪਰ ਅਸਲ ਦੇ ਵਿੱਚ ਕੀ ਆ ਕਿ ਅਗਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖੀਏ, ਜਿੱਥੇ ਝੂਠ ਦਾ ਇੰਨਾ ਬੋਲਬਾਲਾ ਹੈ ਨਾ, ਤੇ ਉੱਥੇ ਸੱਚ ਦੇ ਜਿਹੜੇ ਅਭਿਲਾਸ਼ੀ ਹੈਗੇ ਬਹੁਤ ਘੱਟ ਦੇਖਣ ਦੇ ਵਿੱਚ ਮਿਲਦੇ ਆ। ਪਰ ਕਿਉਂ? ਕਿਉਂਕਿ ਸੱਚ ਧਰਮ ਦਾ ਧੁਜਾ ਹੈਗੀ ਆ। ਸੱਚ ਧਰਮ ਦੀ ਉਹ ਸ਼ਕਤੀ ਹੈਗੀ ਹੈ ਜਿਹੜੀ ਧਰਮ ਨੂੰ ਖੜਾ ਰੱਖਦੀ ਆ। ਇਹੋ ਜਿਹੇ ਪੁਰਖ ਵੀ ਅੱਜ ਇਸ ਸੰਸਾਰ ਦੇ ਵਿੱਚ ਰਹਿੰਦੇ ਆ। ਪਰ ਗੱਲ ਇਹ ਹੈ ਕਿ ਇਹੋ ਜਿਹੇ ਮਨੁੱਖਾਂ ਨੂੰ ਜਿਹੜੇ ਸੱਚ ਦੇ ਧਾਰਨੀ ਹੁੰਦੇ ਆ, ਸੱਚਿਆਰੇ ਹੁੰਦੇ ਆ, ਇਹਨਾਂ ਨੂੰ ਸੰਸਾਰ ਦੇ ਲੋਕੀ ਜਾਣਦੇ ਨਹੀਂ ਹੈਗੇ। ਕਿਉਂ? ਕਿਉਂਕਿ ਇਹੋ ਜਿਹੇ ਜਿਹੜੇ ਆਦਮੀ ਗੁਰਮੁਖ ਪਿਆਰੇ ਹੁੰਦੇ ਆ, ਉਹ ਗੁਮਨਾਮ ਹੁੰਦੇ ਆ। ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਸੰਸਾਰ ਦੀ ਸ਼ੋਭਾ ਤੋਂ, ਸੰਸਾਰ ਦੀ ਵਡਿਆਈ ਤੋਂ ਪਰੇ ਰਹਿੰਦੇ ਆ। ਸੋ ਜਿਨ੍ਹਾਂ ਦੇ ਅੰਦਰ ਸੱਚ ਵਾ ਨਾ, ਉਹਨਾਂ ਦੇ ਅੰਦਰ ਹੀ ਪਰਮੇਸ਼ਰ ਹੈ। ਸੋ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਹੈ ਉਹ ਸੱਚਿਆਰੇ ਆ। ਤੇ ਇਹ ਜਿਹੜਾ ਸੱਚ ਹੈ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਵਸਦਾ ਹੋਇਆ ਵੀ ਹਰੇਕ ਦਾ ਦਾਰੂ ਬਣ ਜਾਂਦਾ ਹੈ। ਜਿਵੇਂ ਗੁਰਬਾਣੀ ਨੇ ਆਖਿਆ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ। ਸੱਚ ਸਭਨਾਂ ਦਾ ਦਾਰੂ ਹੈ, ਹਰੇਕ ਮੁਸ਼ਕਲ ਦਾ ਹੱਲ ਹੀ ਸੱਚ ਹੈ। ਸੋ ਗੁਰਬਾਣੀ ਦੇ ਅੰਦਰ ਸੱਚ ਕਮਾਉਣ ਵਾਲੇ ਗੁਰਮੁਖ ਪਿਆਰੇ ਅਗਰ ਜ਼ਿੰਦਗੀ ਦੇ ਵਿੱਚ ਕਿਸੇ ਐਸੀ ਔਕੜ ਦੇ ਵਿੱਚ ਫਸ ਜਾਣ, ਪਰ ਸੱਚ ਉਹਨਾਂ ਦੇ ਪੱਲੇ ਆ, ਉਹ ਔਕੜ ਵੀ ਜਿਹੜੀ ਹੈ ਨਾ ਉਹਨਾਂ ਦੇ ਵਾਸਤੇ ਬਿਲਕੁਲ ਇੱਕ ਫੁੱਲ ਦੀ ਨਿਆਈ ਹੋ ਜਾਂਦੀ ਹੈ। ਜਿਵੇਂ ਕਹਿ ਲਓ ਕਿ ਜਿਹੜਾ ਕੰਡਾ ਹੁੰਦਾ ਹੈ ਨਾ, ਉਹ ਫੁੱਲ ਦਾ ਰੂਪ ਧਾਰਨ ਕਰ ਜਾਂਦਾ ਹੈਗਾ। ਸੱਚ ਕਮਾਉਣਾ ਭਾਵੇਂ ਔਖਾ ਹੈ, ਪਰ ਇਹਦਾ ਜਿਹੜਾ ਫਲ ਆ ਬਹੁਤ ਸੁਖਦਾਈ ਔਰ ਸਦੀਵੀ ਹੈਗਾ। ਔਰ ਸੱਚ ਹੀ ਸਾਨੂੰ ਵਾਹਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣਾਉਂਦਾ ਹੈਗਾ। ਜਿਵੇਂ ਇੱਕ ਗੁਰਮੁਖ ਪਿਆਰੇ ਸੀ, ਉਹ ਜਿਹੜੇ ਗੁਰਮੁਖ ਪਿਆਰੇ ਸੀ ਉਹ ਸੱਚ ਦੇ ਧਾਰਨੀ ਸੀਗੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਝੂਠ ਨਹੀਂ ਸੀ ਬੋਲਿਆ। ਸੋ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਵਿੱਚ ਇੱਕ ਵਾਰੀ ਕੀ ਹੋਇਆ ਕਿ ਇਹੋ ਜਿਹੇ ਗੁਰਮੁਖ ਪਿਆਰੇ ਜਦ ਕਿਸੇ ਸੱਚ ਦੇ ਪਹਿਰੇ ਦੇ ਵਾਸਤੇ ਕਿਸੇ ਧਿਰ ਦੇ ਨਾਲ ਜਦ ਉਹਨਾਂ ਨੂੰ ਦੱਸਣਗੇ ਕਿ ਭਾਈ ਤੁਸੀਂ ਇਹ ਜਿਹੜਾ ਸੱਚ ਹੈਗਾ, ਇਸ ਸੱਚ ਨੂੰ ਝੂਠ ਵਿੱਚ ਤਬਦੀਲ ਨਾ ਕਰੋ, ਤਾਂ ਉਹ ਜਿਹੜੇ ਝੂਠੇ ਵਿਅਕਤੀ ਸੀ ਉਹਨਾਂ ਨੇ ਉਹ ਸੱਚ ਧਾਰਨ ਵਾਲੇ ਗੁਰਮੁਖ ਪਿਆਰੇ ਉੱਤੇ ਹਮਲਾ ਕਰ ਦਿੱਤਾ। ਜਦ ਹਮਲਾ ਕਰਤਾ ਉਹ ਸੱਜਣ ਜਿਹੜੇ ਜ਼ਖਮੀ ਹੋ ਗਏ। ਜਦ ਸੱਜਣ ਜ਼ਖਮੀ ਹੋਏ ਤਾਂ ਉਹਨਾਂ ਦਾ ਇੱਕ ਪੁੱਤਰ ਸੀਗੇ ਜਿਹੜੇ ਨਾ ਸਰਕਾਰੀ ਨੌਕਰੀ ਦੇ ਉੱਤੇ ਕਿਤੇ ਲੱਗੇ ਸੀਗੇ। ਉਹਨਾਂ ਨੂੰ ਜਦ ਉੱਥੋਂ ਪਤਾ ਲੱਗਾ ਕਿ ਸਾਡੇ ਪਿਤਾ ਜੀ ਦੇ ਨਾਲ ਇਸ ਤਰ੍ਹਾਂ ਧੱਕਾ ਹੋ ਗਿਆ, ਤੇ ਜਿਨ੍ਹਾਂ ਲੋਕਾਂ ਨੇ ਧੱਕਾ ਕੀਤਾ ਉਹਨਾਂ ਦੀ ਇੱਕ ਲੜਕੀ ਸੀਗੀ, ਉਸ ਲੜਕੀ ਨੇ ਕੀਤਾ ਕਿ ਸਾਡੇ ਪਿਤਾ ਜੀ ਦੇ ਸਿਰ ਦੇ ਉੱਤੇ ਇੱਕ ਲੋਹੇ ਦੀ ਰਾੜ ਮਾਰ ਦਿੱਤੀ, ਜਿਸ ਕਰਕੇ ਨਾ ਸਿਰ ਦੇ ਵਿੱਚ ਲਹੂ ਨਿਕਲਣ ਲੱਗ ਪਿਆ, ਸਿਰ ਜ਼ਖਮੀ ਹੋ ਗਿਆ, ਉਹਦੇ ਵਿੱਚ ਟਾਂਕੇ ਲੱਗੇ। ਪਰ ਉਹ ਜਿਹੜੇ ਪੁੱਤਰ ਸੀਗੇ ਉਹ ਅੱਜ ਕੱਲ੍ਹ ਦੀ ਦੁਨੀਆ ਦੇ ਵਾਂਗੂ ਬੜੇ ਹੁਸ਼ਿਆਰ ਸੀਗੇ। ਸੋ ਉਹਨਾਂ ਨੇ ਉੱਥੇ ਕੀ ਕੀਤਾ, ਆਪਣੀ ਸਰਕਾਰੀ ਨੌਕਰੀ ਦੇ ਵਿੱਚ ਆਪਣੀ ਜਿਹੜੀ ਸੀ ਹਾਜ਼ਰੀ ਸ਼ੋਅ ਕਰਾ ਕੇ, ਤੇ ਉਹ ਜਿਹੜੇ ਝੂਠ ਵਾਲੇ ਝਗਿਆੜੂ ਆਦਮੀ ਸੀਗੇ, ਝਗੜੇ ਵਾਲੇ ਸੀਗੇ, ਸਿੱਧੇ ਉਹਨਾਂ ਦੇ ਘਰ ਪਹੁੰਚੇ। ਜਿਹਨਾਂ ਬੰਦਿਆਂ ਨੇ ਉਹਦੇ ਪਿਤਾ ਜੀ ਨੂੰ ਮਾਰਿਆ ਕੁੱਟਿਆ ਸੀਗਾ, ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ। ਫਿਰ ਬਾਅਦ 'ਚ ਭਾਵ ਕਿ ਆਪਣੇ ਪਿਤਾ ਜੀ ਦੀ ਜਿਹੜੀ ਬੇਇੱਜ਼ਤੀ ਹੋਈ ਸੀ ਉਹਦਾ ਬਦਲਾ ਲੈ ਲਿਆ। ਜਦ ਹੁਣ ਪਿਤਾ ਜੀ ਦੀ ਲੜਾਈ ਦਾ ਬਦਲਾ ਸ਼ਖਸ ਨੇ ਲੈ ਲਿਆ, ਉਸ ਤੋਂ ਬਾਅਦ ਉਹ ਦੁਬਾਰਾ ਜਿਹੜੇ ਸੀਗੇ ਆਪਣੀ ਨੌਕਰੀ 'ਤੇ ਚੱਲ ਗਏ। ਤੇ ਇੱਧਰੋਂ ਜਿਹੜੀ ਦੂਸਰੀ ਧਿਰ ਸੀ
ਉਹਨਾਂ ਨੇ ਕੀ ਕੀਤਾ, ਇਹ ਜਿਹੜਾ ਕੇਸ ਸੀਗਾ ਇਹ ਥਾਣੇ ਰਿਪੋਰਟ ਲਿਖਾਤੀ, ਪੁਲਿਸ ਆ ਗਈ। ਜਦ ਪੁਲਿਸ ਆਈ ਆ, ਉਹ ਤਾਂ ਆਪ ਜਿਹੜੇ ਆਦਮੀ ਸੀਗੇ, ਉਹਦਾ ਲੜਕਾ ਸੀਗਾ ਜਿਹਦਾ ਉਹਨੇ ਨਾਂ ਲਿਖਾਇਆ ਸੀਗਾ, ਉਹ ਤਾਂ ਆਪ ਨੌਕਰੀ 'ਤੇ ਚਲੇ ਗਿਆ ਸੀਗਾ। ਪਰ ਇੱਥੇ ਦੇ ਜਿਹੜੇ ਇਹਨਾਂ ਦੇ ਪਿਤਾ ਜੀ ਘਰ ਰਹਿੰਦੇ ਹੁੰਦੇ ਸੀ, ਇਹਨਾਂ ਨੂੰ ਪੁਲਿਸ ਫੜ ਕੇ ਜੇਲ੍ਹ 'ਚ ਲੈ ਗਈ। ਜੇਲ੍ਹ 'ਚ ਲੈ ਗਈ। ਅਖੀਰ ਉਹਨਾਂ ਦੇ ਪੁੱਤਰ ਦਾ ਨਾਮ ਵੱਜਦਾ ਹੁੰਦਾ ਸੀਗਾ, ਪਰ ਜਦੋਂ ਉਹਨਾਂ ਦੇ ਪੁੱਤਰ ਆਏ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇਹ ਆਖਿਆ ਕਿ ਮੈਂ ਤਾਂ ਸਰਕਾਰੀ ਨੌਕਰੀ ਡਿਊਟੀ 'ਤੇ ਸੀਗਾ, ਮੇਰੀ ਹਾਜ਼ਰੀ ਲੱਗੀ ਹੋਈ ਸਰਕਾਰੀ ਨੌਕਰੀ 'ਤੇ, ਮੈਂ ਤਾਂ ਇੱਥੇ ਪਹੁੰਚਾ ਨਹੀਂ ਸੀ। ਕਿਉਂ ਉਹਨਾਂ ਟਾਈਮਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੋਬਾਈਲ ਜਾਂ ਵੀਡੀਓ ਬਣਾਉਣ ਵਾਲੀਆਂ ਗੱਲਾਂ ਨਹੀਂ ਸੀ ਹੁੰਦੀਆਂ, ਇਸ ਕਰਕੇ ਕੋਈ ਸਬੂਤ ਵੀ ਨਹੀਂ ਸੀਗਾ ਕਿ ਇਸ ਸ਼ਖਸ ਨੇ ਇਹਨਾਂ ਨੂੰ ਮਾਰਿਆ ਹੈਗਾ। ਕਿਉਂਕਿ ਉਹਨਾਂ ਦੀ ਜਿਹੜੀ ਸਰਕਾਰੀ ਨੌਕਰੀ ਸੀ ਉਹਦੀ ਹਾਜ਼ਰੀ ਉੱਥੇ ਦਫ਼ਤਰ ਦੇ ਵਿੱਚ ਚੱਲਦੀ ਸੀ। ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਪੁੱਤਰ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਤੁਸੀਂ ਇਹ ਗੱਲ ਆਖਿਓ ਕਿ ਮੇਰਾ ਪੁੱਤਰ ਸਰਕਾਰੀ ਨੌਕਰੀ ਕਰਦਾ, ਇਹ ਤਾਂ ਉੱਥੇ ਸੀਗਾ, ਮੈਂ ਇਕੱਲਾ ਸੀਗਾ, ਇਹਨਾਂ ਦੀ ਮੇਰੇ 'ਤੇ ਝੂਠਾ ਇਲਜ਼ਾਮ ਲਾਇਆ। ਜਦ ਇੰਨੀ ਗੱਲ ਹੋਈ ਤਾਂ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ, ਕਹਿੰਦੇ ਦੇਖ ਬਈ, ਮੈਂ ਸਾਰੀ ਉਮਰ ਸੱਚ ਬੋਲਿਆ ਹੈਗਾ ਅਤੇ ਮੈਂ ਸੱਚ ਤੋਂ ਕਦੀ ਵੀ ਮੁੱਕਰ ਨਹੀਂ ਜਾਣਾ ਹੈਗਾ, ਮੁਨਕਰ ਨਹੀਂ ਹੋਣਾ ਹੈਗਾ। ਹਾਂ, ਤੂੰ ਬੇਸ਼ੱਕ ਆਪਣੇ ਇੱਥੇ ਹਾਜ਼ਰੀ ਲਵਾਈ ਆ, ਪਰ ਅਗਰ ਕਚਹਿਰੀ ਦੇ ਅੰਦਰ ਮੈਨੂੰ ਪੁੱਛਿਆ ਗਿਆ ਤਾਂ ਮੈਂ ਜੱਜ ਦੇ ਸਾਹਮਣੇ ਇਹ ਕਰਨਾ ਵੀ ਹਾਂ ਮੇਰੇ ਪੁੱਤਰ ਦੀ ਭਾਵੇਂ ਉੱਥੇ ਹਾਜ਼ਰੀ ਲੱਗੀ ਆ, ਪਰ ਮੇਰਾ ਪੁੱਤਰ ਆਇਆ ਸੀਗਾ, ਉਹਨੇ ਆ ਕੇ ਇਹ ਜਿਹੜੇ ਮੇਰੇ ਨਾਲ ਦੇ ਜਿਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ ਸੀ, ਇਹਨਾਂ ਦੇ ਨਾਲ ਝਗੜਾ ਜਿਹੜਾ ਸੀਗਾ ਉਹ ਕੀਤਾ ਸੀ। ਉਸ ਤੋਂ ਬਾਅਦ ਇਸ ਪਰਿਵਾਰ ਨੂੰ ਮਾਰਿਆ ਕੁੱਟਿਆ, ਫਿਰ ਉਹ ਜਿਹੜਾ ਸੀ ਵਾਪਸ ਆਪਣੀ ਨੌਕਰੀ 'ਤੇ ਚਲੇ ਗਿਆ। ਜਦ ਪਿਤਾ ਜੀ ਨੇ ਇੱਕ ਟੁੱਕ ਫੈਸਲਾ ਇਹ ਜਿਹੜਾ ਆਪਣੇ ਪੁੱਤਰ ਨੂੰ ਸੁਣਾਇਆ ਤਾਂ ਉਹ ਜਿਹੜੇ ਪੁੱਤਰ ਸੀ ਬੜਾ ਹੈਰਾਨ ਹੋਇਆ। ਫਿਰ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਇੰਨਾ ਧਰਮੀ ਬਣਨ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਬਿਆਨ ਦੇ ਦੋਗੇ ਕਿ ਅਗਰ ਪਿਤਾ ਹੀ ਪੁੱਤਰ ਦੇ ਵਿਰੁੱਧ ਅਦਾਲਤ ਵਿੱਚ ਬਿਆਨ ਦੇਊਗਾ ਤਾਂ ਅਦਾਲਤ ਜਿਹੜੀ ਆ ਉਸਨੇ ਫਿਰ ਇਹ ਜਿਹੜੀ ਚੀਟਿੰਗ ਆ ਸਰਕਾਰ ਦੇ ਨਾਲ ਕੀਤੀ, ਇਹਦੇ ਨਾਲ ਤੇ ਜਿਹੜੀ ਨੌਕਰੀ ਉਹ ਖਤਰੇ 'ਚ ਪੈ ਜਾਊਗੀ ਮੇਰੀ। ਅਤੇ ਦੂਸਰੀ ਗੱਲ ਹੈ ਕਿ ਸਾਨੂੰ ਦੋਨਾਂ ਪੇ ਪੁੱਤ ਨੂੰ ਸਜ਼ਾ ਹੋ ਜਾਊਗੀ, ਅਤੇ ਸਜ਼ਾ ਹੋਣ ਤੋਂ ਬਾਅਦ ਫਿਰ ਘਰ ਦਾ ਜਿਹੜਾ ਸਾਰਾ ਵਾਤਾਵਰਨ ਵਿਗੜ ਜਾਊਗਾ। ਇਸ ਕਰਕੇ ਸਰਕਾਰੀ ਨੌਕਰੀ ਵੀ ਹੱਥੋਂ ਜਾਊਗੀ, ਆਪਾਂ ਦੋਨੇ ਪੇ ਪੁੱਤ ਜੇਲ੍ਹ 'ਚ ਹੋ ਜਾਵਾਂਗੇ, ਅਤੇ ਬਾਕੀ ਜੋ ਆਉਣ ਵਾਲਾ ਭਵਿੱਖ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਧੁੰਦਲਾ ਹੋ ਜਾਊਗਾ। ਜਦ ਉਸ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਇਸ ਤਰ੍ਹਾਂ ਸਮਝਾਇਆ, ਉਹ ਪਿਤਾ ਕਹਿਣ ਲੱਗਾ ਕਿ ਚਾਹੇ ਕੁਛ ਵੀ ਹੋਵੇ, ਪਰ ਮੈਂ ਆਪਣਾ ਜਿਹੜਾ ਸੱਚ ਦਾ ਕਰਮ ਹੈ ਨਾ ਉਹ ਤੋਂ 1 ਇੰਚ ਵੀ ਪਿੱਛੇ ਨਹੀਂ ਹਟਣਾ। ਉਸ ਦੇ ਪਿਤਾ ਨੇ ਜਦ ਆਪਣੇ ਪੁੱਤਰ ਨੂੰ ਇਹ ਗੱਲ ਦੱਸੀ ਔਰ ਉਹਨੂੰ ਇਹ ਵੀ ਦੱਸਿਆ ਕਿ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਤਦ ਤੋਂ ਲੈ ਕੇ ਹੁਣ ਤੱਕ ਸੱਚ ਬੋਲਦਾ ਆ ਰਿਹਾ, ਪਰ ਅੱਜ ਮੇਰੇ 'ਤੇ ਮੁਸੀਬਤ ਪਈ ਆ, ਕੁਛ ਵੀ ਹੋਵੇ ਮੈਂ ਜੋ ਸੱਚ ਗੱਲ ਹਨ ਉਹ ਹੀ ਜੱਜ ਦੇ ਸਾਹਮਣੇ ਪੇਸ਼ ਕਰਨੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਦੇਖੋ ਕੀ ਹੋਇਆ ਕਿ ਉਸ ਟਾਈਮ ਜਦ ਪਹਿਲੀ ਪੇਸ਼ੀ ਜਿਹੜੀ ਸੀ ਅਦਾਲਤ ਦੇ ਵਿੱਚ ਹੋਈ ਆ, ਅਤੇ ਫਿਰ ਜੱਜ ਸਾਹਿਬ ਨੇ ਜਿਹੜੀ ਸੀ ਜਦ ਦੂਜੀ ਧਿਰ ਨੂੰ ਬੁਲਾਇਆ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣਾ ਜਿਹੜਾ ਦੋਸ਼ ਆ ਉਹ ਸਿੱਧ ਕਰੋ। ਤਾਂ ਫਿਰ ਦੂਸਰੀ ਧਿਰ ਨੇ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਨੇ ਜਿਹੜਾ ਸੀਗਾ ਅਤੇ ਇਹਨਾਂ ਦੇ ਪੁੱਤਰ ਨੇ ਸਾਨੂੰ ਦੋਨਾਂ ਨੂੰ ਰਲ ਕੇ ਬੁਰੀ ਤਰ੍ਹਾਂ ਮਾਰਿਆ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹ ਜਿਹੜਾ ਜੱਜ ਸੀਗਾ ਉਹ ਦੂਸਰੇ ਵਕੀਲ ਨੂੰ ਕਹਿਣ ਲੱਗਾ ਵੀ ਤੁਸੀਂ ਇਸ ਤਰ੍ਹਾਂ ਕਰੋ, ਇਸ ਕਾਗਜ਼ ਦੇ ਉੱਤੇ ਇਹਨਾਂ ਦੇ ਪਿਤਾ ਜੀ ਤੋਂ ਸਿਗਨੇਚਰ ਕਰਾਵੋ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਉਹ ਜਦ ਵਕੀਲ ਕਾਗਜ਼ ਲੈ ਕੇ ਨਾ ਪਿਤਾ ਜੀ ਦੇ ਪਾਸ ਗਿਆ ਤਾਂ ਉਹਨੂੰ ਪੈਨ ਦਿੱਤਾ ਵੀ ਤੂੰ ਇੱਥੇ ਸਾਈਨ ਕਰ। ਜਦ ਉਹ ਲੜਕੇ ਦੇ ਪਿਤਾ ਜੀ ਸਾਈਨ ਕਰਨ ਲੱਗੇ ਅਤੇ ਉਹਨਾਂ ਦੇ ਹੱਥ ਨੇ ਕਮਜ਼ੋਰ ਸੀਗੇ, ਉਹ ਪੈਨ ਜਿਹੜਾ ਸੀਗਾ ਨਾ ਉਹ ਹੱਥਾਂ ਤੋਂ ਛੁੱਟ ਕੇ ਥੱਲੇ ਡਿੱਗ ਪਿਆ। ਜਦ ਡਿੱਗ ਪਿਆ ਅਤੇ ਫਿਰ ਉਹ ਵਕੀਲ ਨੇ ਥੱਲੇ ਫਿਰ ਪੈਨ ਚੱਕਿਆ, ਫਿਰ ਉਸ ਦੇ ਪਿਤਾ ਨੂੰ ਫੜਾਇਆ। ਜਦ ਦੂਜੀ ਵਾਰੀ ਲਿਖਣ ਲੱਗਾ ਹੱਥ ਕੰਬਦੇ ਸੀ, ਹੱਥ ਤੋਂ ਫਿਰ ਪੈਨ ਛੁੱਟ ਕੇ ਥੱਲੇ ਜਿਹੜਾ ਡਿੱਗਿਆ। ਜਦ 2 ਵਾਰੀ ਪੈਨ ਥੱਲੇ ਡਿੱਗਿਆ, ਜੱਜ ਜਿਹੜਾ ਸੀਗਾ ਇਸ ਗੱਲ ਨੂੰ ਨੋਟ ਕਰ ਰਿਹਾ ਸੀ, ਪਰ ਤੀਜੀ ਵਾਰ ਜਦੋਂ ਉਹਨਾਂ ਦੇ ਪਿਤਾ ਨੇ ਸਾਈਨ ਕੀਤੇ ਤਾਂ ਫਿਰ ਜੱਜ ਕਹਿਣ ਲੱਗਾ ਵੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੀ ਉਮਰ ਕਿੰਨੀ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਸ ਲੜਕੇ ਦੇ ਪਿਤਾ ਜੀ ਨੇ ਜੱਜ ਨੂੰ ਇਹ ਦੱਸਿਆ ਕਿ ਮੇਰੀ ਉਮਰ ਜਿਹੜੀ ਹੁਣ 90 ਤੋਂ ਉੱਪਰ ਟੱਪ ਗਈ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਜੱਜ ਜਿਹੜਾ ਸੀਗਾ ਜਿਸ ਧਿਰ ਨੇ ਪਰਚਾ ਕੀਤਾ ਸੀਗਾ ਨਾ ਪੇ ਪੁੱਤ 'ਤੇ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਇਸ ਪੇ ਪੁੱਤ 'ਤੇ ਝੂਠੀ ਰਿਪੋਰਟ ਲਿਖਾਈ ਆ, ਕਿਉਂਕਿ ਜਿਹਦੀ ਉਮਰ 90 ਸਾਲ ਤੋਂ ਜਿਹੜਾ ਆਦਮੀ ਪੈਨ ਨਹੀਂ ਫੜ ਸਕਦਾ, ਸਾਈਨ ਨਹੀਂ ਕਰ ਸਕਦਾ, ਤੁਹਾਨੂੰ ਕੁੱਟਮਾਰ ਕਿਵੇਂ ਕਰ ਸਕਦਾ ਹੈਗਾ। ਇਸ ਕਰਕੇ ਇਹ ਜਿਹੜਾ ਪਿਤਾ ਹੈਗਾ ਇਹ ਤਾਂ ਬਿਲਕੁਲ ਬੇਕਸੂਰ ਆ। ਅਗਰ ਪਿਤਾ ਬੇਕਸੂਰ ਆ ਤਾਂ ਪੁੱਤਰ ਵੀ ਬੇਕਸੂਰ ਹੈਗਾ। ਇਸ ਕਰਕੇ ਤੁਸੀਂ ਝੂਠੀ ਰਿਪੋਰਟ ਲਿਖਾਈ ਹੈ। ਅਤੇ ਬਾਕੀ ਰਹੀ ਪੁਲਿਸ ਦੀ ਗੱਲ, ਉਹ ਜੱਜ ਕਹਿਣ ਲੱਗਾ ਕਿ ਮੈਂ ਪੁਲਿਸ ਨੂੰ ਚੇਤਾਵਨੀ ਦੇਣੀ ਆ ਕਿ ਤੁਸੀਂ ਕੋਈ ਵੀ ਕੰਮ ਕਰਨਾ ਹੋਵੇ ਹੈ ਨਾ, ਇਸ ਕੰਮ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਛਾਣਬੀਣ ਕਰਿਆ ਕਰੋ। ਹੁਣ ਇਹਨਾਂ ਦੇ ਪਿਤਾ ਦੀ ਉਮਰ 90 ਸਾਲ ਤੋਂ ਉੱਪਰ ਵਾ, ਜਿਹੜਾ ਪੈਨ ਨਹੀਂ ਫੜ ਸਕਦਾ ਉਹ ਦੂਜੀ ਧਿਰ ਨੂੰ ਦੀ ਮਾਰ ਕੁੱਟ ਕਿਵੇਂ ਕਰ ਸਕਦਾ ਹੈ। ਜਦ ਜੱਜ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਅਤੇ ਨਾਲ ਹੀ ਕਹਿਤਾ ਹੈਗਾ ਕਿ ਤੁਸੀਂ ਸਿੱਧੇ ਬਰੀ ਆ। ਉਸ ਤੋਂ ਬਾਅਦ ਉਹ ਪੇ ਪੁੱਤ ਨੂੰ ਜੱਜ ਨੇ ਸਿੱਧੇ ਤੌਰ 'ਤੇ ਬਰੀ ਕਰ ਦਿੱਤਾ। ਜਦ ਬਰੀ ਕਰ ਦਿੱਤਾ ਅਤੇ ਉਹ ਨਾਲ ਦੀ ਧਿਰ ਜਿਹੜੀ ਸੀਗੀ ਉਹ ਹੱਕੀ ਬੱਕੀ ਹੋ ਗਈ ਅਤੇ ਚੁੱਪ ਕਰਕੇ ਖੈਰ ਜੱਜ ਦੇ ਮੂਹਰੇ ਹੁਣ ਕੌਣ ਕੀ ਬੋਲ ਸਕਦਾ ਸੀਗਾ, ਉਹ ਆਪਣੇ ਘਰ ਨੂੰ ਚਲੀ ਗਈ। ਪਰ ਇੱਧਰ ਫਿਰ ਜਿਹੜੇ ਨਾਲ ਦੇ ਲੋਕੀ ਸੀ ਉਹਨਾਂ ਨੇ ਜਦ ਇਹਨਾਂ ਪਿਤਾ ਜੀ ਨੂੰ ਪੁੱਛਿਆ
ਕਿ ਤੁਹਾਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਸੀਗਾ, ਫਿਰ ਤੁਹਾਡੇ ਪੁੱਤ ਨੇ ਤੁਹਾਡਾ ਬਦਲਾ ਲਿਆ ਸੀਗਾ, ਕਿਵੇਂ ਇਹਨੇ ਨੌਕਰੀ ਦੇ ਵਿੱਚ ਆਪਣੀ ਹੁਸ਼ਿਆਰੀ ਦਿਖਾ ਕੇ ਉੱਥੇ ਹਾਜ਼ਰੀ ਲਵਾ ਕੇ ਤੁਹਾਡਾ ਬਦਲਾ ਲਿਆ, ਫਿਰ ਉਹ ਆਪਣੀ ਨੌਕਰੀ 'ਤੇ ਚਲੇ ਗਿਆ। ਪਰ ਪੁੱਤਰ ਤੇ ਤੁਹਾਡੇ ਨੂੰ ਕੀ ਸਜ਼ਾ ਹੋਣੀ ਹੈ? ਤੁਹਾਨੂੰ ਵੀ ਜੱਜ ਨੇ ਜਿਹੜੀ ਆ ਇਸ ਸਜ਼ਾ ਤੋਂ ਮੁਕਤ ਕਰ ਦਿੱਤਾ। ਦੋਨੇ ਪੇ ਪੁੱਤ ਜਿਹੜੀ ਉਹ ਪਹਿਲੀ ਪੇਸ਼ੀ ਦੇ ਵਿੱਚ ਜੱਜ ਨੇ ਛੱਡ ਦਿੱਤੇ। ਐਸਾ ਕਿਉਂ ਹੋਇਆ? ਤਾਂ ਫਿਰ ਉਹਨਾਂ ਦੇ ਪਿਤਾ ਦਾ ਇੱਕੋ ਹੀ ਜਵਾਬ ਸੀਗਾ। ਉਹ ਕਹਿਣ ਲੱਗੇ, ਦੇਖੋ ਇਹ ਸਾਰੀ ਸੱਚ ਦੀ ਕਰਾਮਾਤ ਹੈਗੀ ਆ। ਕਿਉਂ? ਮੇਰੇ ਹਿਰਦੇ 'ਚ ਸੱਚ ਸੀਗਾ। ਸੱਚ ਹੁੰਦੇ ਸਾਰ ਹੀ ਮੈਨੂੰ ਵੀ ਪਤਾ ਸੀਗਾ ਕਿ ਮੇਰੇ ਪੁੱਤਰ ਦੀ ਨੌਕਰੀ ਖਤਰੇ 'ਚ ਪੈ ਸਕਦੀ, ਇਹਦਾ ਸਾਰਾ ਕੁਝ ਜਾ ਸਕਦਾ ਹੈਗਾ। ਪਰ ਕਿਉਂਕਿ ਸੱਚ ਮੇਰੇ ਅੰਦਰ ਸੀਗਾ, ਇਸ ਕਰਕੇ ਮੈਨੂੰ ਭਰੋਸਾ ਸੀਗਾ ਕਿ ਜਿੱਥੇ ਸੱਚ ਵਾ ਨਾ ਉੱਥੇ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਹੀ ਸੱਚ ਦਾ ਰੂਪ ਹੈਗਾ, ਅਤੇ ਜਿੱਥੇ ਪਰਮੇਸ਼ਰ ਉੱਥੇ ਸਭ ਕੁਛ ਹੈ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਹੁਣ ਜਿਹੜਾ ਸੱਚ ਆ ਉਹ ਸਾਰੇ ਪਾਪਾਂ ਦਾ ਦਾਰੂ ਹੈਗਾ, ਅਤੇ ਸਾਰੇ ਪਾਪਾਂ ਨੂੰ ਬਾਹਰ ਧੋ ਦਿੰਦਾ ਹੈਗਾ, ਸਾਫ਼ ਕਰ ਦਿੰਦਾ, ਮਨ ਨਿਰਮਲ ਕਰ ਦਿੰਦਾ ਹੈਗਾ। ਫਿਰ ਉਹਦੇ ਪਿਤਾ ਜੀ ਕਹਿਣ ਲੱਗਾ ਕਿ ਅਗਰ ਮੈਂ ਆਪਣੇ ਪੁੱਤਰ ਦੇ ਪਿੱਛੇ ਲੱਗ ਕੇ, ਚਾਹੇ ਇਹ ਸਬੂਤ ਦੇ ਤੌਰ ਦੇ ਉੱਤੇ ਜੋ ਘਟਨਾਕ੍ਰਮ ਹੋ ਸਕਦਾ ਸੀਗਾ, ਉਹਦੇ ਵਿੱਚ ਮੇਰਾ ਜਿਹੜਾ ਪੁੱਤਰ ਸੀਗਾ ਬਰੀ ਹੋ ਸਕਦਾ, ਕਿਉਂਕਿ ਉਹਦੀ ਉੱਥੇ ਹਾਜ਼ਰੀ ਲੱਗੀ ਸੀਗੀ, ਮੈਂ ਇਹ ਵੀ ਜਾਣਦਾ ਸੀਗਾ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਮੈਂ ਸੱਚ ਦਾ ਪੱਲਾ ਨਹੀਂ ਛੱਡਿਆ ਹੈਗਾ। ਕਿਉਂ? ਮੈਂ ਸਾਰੀ ਉਮਰ ਸੱਚ 'ਤੇ ਪਹਿਰਾ ਦਿੱਤੀ ਆ, ਅਤੇ ਇਹ ਜਿਹੜਾ ਸੱਚ ਵਾ ਅਖੀਰ ਇਹ ਆਪਣਾ ਚਮਤਕਾਰ ਦਿਖਾਈ ਦਿੰਦਾ ਹੈਗਾ। ਅਤੇ ਇਹ ਸੱਚ ਨੇ ਅੱਜ ਪਹਿਲੀ ਪੇਸ਼ੀ 'ਤੇ ਸਾਨੂੰ ਪਿਓ ਪੁੱਤ ਨੂੰ ਬਿਨਾਂ ਮੁਕੱਦਮਾ ਚਲਾਏ ਜੱਜ ਨੇ ਕਿਵੇਂ ਸਾਫ਼ ਬਰੀ ਕਰ ਦਿੱਤਾ। ਇਹ ਸਾਰਾ ਸੱਚ ਦਾ ਹੀ ਕਮਾਲ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚ ਵਾ ਨਾ, ਉਹਨਾਂ ਦੇ ਹਿਰਦੇ ਵਿੱਚ ਹੀ ਪਰਮੇਸ਼ਰ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ। ਕਿ ਜਿਹਦੇ ਹਿਰਦੇ 'ਚ ਸੱਚ ਵਾ, ਉਹਨਾਂ ਹਿਰਦਿਆਂ ਵਿੱਚੋਂ ਜਿਹੜੀ ਝੂਠ ਦੀ ਮੈਲ ਵਾ ਉਹ ਦੂਰ ਹੋ ਜਾਂਦੀ ਹੈ, ਅਤੇ ਹਿਰਦਾ ਬਿਲਕੁਲ ਸ਼ੁੱਧ ਹੋ ਜਾਂਦਾ। ਸ਼ੁੱਧ ਹਿਰਦੇ ਦੇ ਵਿੱਚ ਪਰਮੇਸ਼ਰ ਵਾ, ਅਤੇ ਪਰਮੇਸ਼ਰ ਜਿਹੜਾ ਹੈ ਨਾ ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈਗਾ। ਇਸ ਕਰਕੇ ਉਹ ਅੰਤਰਜਾਮੀ ਜਿਹੜਾ ਹੈਗਾ, ਜਿਸ ਦੇ ਪਲੜੇ ਵਿੱਚ ਸੱਚ ਹੈ, ਉਸ ਪਲੜੇ ਵਿੱਚ ਹੀ ਫਿਰ ਬਰਕਤਾਂ ਹੈਗੀਆਂ। ਜਿਵੇਂ ਉਸ ਦੇ ਪਿਤਾ ਜੀ ਦੇ ਹਿਰਦੇ ਵਿੱਚ ਸੱਚ ਪਰਮੇਸ਼ਰ ਸੀਗਾ, ਅਤੇ ਇਸ ਸੱਚ ਨੇ ਹੀ ਫਿਰ ਜੱਜ ਨੂੰ ਮਜਬੂਰ ਕਰ ਦਿੱਤਾ ਸੀਗਾ ਕਿ ਭਾਈ ਅਗਰ ਇਹਨਾਂ ਦੇ ਪਿਤਾ ਜੀ 90 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਕੇ ਜਿਹੜੇ ਪੈਨ ਨਹੀਂ ਫੜ ਸਕਦੇ, ਦੂਸਰਿਆਂ ਨੂੰ ਕਿਵੇਂ ਮਾਰ ਸਕਦੇ ਆ? ਅਤੇ ਇਸ ਕਰਕੇ ਇਹਨਾਂ ਦਾ ਪੁੱਤਰ ਉੱਤੇ ਵੀ ਜਿਹੜਾ ਕੇਸ ਕੀਤਾ ਗਿਆ ਉਹ ਬਿਲਕੁਲ ਝੂਠਾ ਹੈਗਾ। ਇਹ ਸਾਰਾ ਕੁਝ ਜਿਹੜਾ ਸੀਗਾ ਜੱਜ ਨੇ ਉਸੇ ਟਾਈਮ ਪਹਿਲੀ ਪੇਸ਼ੀ 'ਤੇ ਪਿਓ ਪੁੱਤਰ ਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਸੀਗਾ। ਇਹ ਸਾਰੀ ਸੱਚ ਦੀ ਖੇਡ ਆ, ਸੱਚ ਦਾ ਕਮਾਲ ਆ। ਇਸੇ ਕਰਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਿ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਆ ਉਹਨਾਂ ਦੀ ਉਸਤਤ ਜਿਹੜੀ ਆ ਤਿੰਨਾਂ ਲੋਕਾਂ, ਤਿੰਨਾਂ ਜਹਾਨਾਂ 'ਚ ਹੁੰਦੀ ਆ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।